जय हिंद प्यारे बच्चों। मैं विजय गुप्ता ਅੱਜ ਆਪ ਜੀ ਵਾਸਤੇ 7ਵੀਂ ਜਮਾਤ ਦਾ ਸਮਾਜਿਕ ਵਿਗਿਆਨ ਦਾ ਜੋ ਤੁਹਾਡਾ ਚੈਪਟਰ ਹੈ ਬੇਟਾ ਨਵੇਂ ਰਾਜ ਅਤੇ ਰਾਜੇ 11ਵਾਂ ਲੈਸਨ ਹੈ ਤੇ ਇਸ ਲੈਸਨ ਦੇ ਵਿੱਚੋਂ ਬੇਟਾ ਤੁਹਾਡੇ ਵਾਸਤੇ ਮੈਂ ਇੱਕ ਵਿਸ਼ੇਸ਼ ਘਟਨਾ ਦਾ ਜ਼ਿਕਰ ਕਰਨ ਵਾਸਤੇ ਹਾਜ਼ਰ ਹੋਇਆ ਹਾਂ। ਤੁਸੀਂ ਬੇਟਾ ਆਪਣੇ ਇਸ ਪਾਠ ਵਿੱਚ ਪੜ੍ਹਿਆ ਹੈ ਕਿ ਇਹਦੇ ਵਿੱਚ ਸਾਡੇ ਕੋਲ ਭਾਰਤ ਦੇ ਵਿੱਚ ਮਹਿਮੂਦ ਗਜ਼ਨਵੀ ਆਏ, ਮੁਹੰਮਦ ਗੋਰੀ ਆਏ ਕਿ ਜਿਨ੍ਹਾਂ ਨੇ ਭਾਰਤ ਨੂੰ ਬਹੁਤ ਜ਼ਿਆਦਾ ਲੁੱਟਿਆ। ਔਰ ਇਹਦੇ ਵਿੱਚ ਬੇਟਾ ਜ਼ਿਕਰ ਆਉਂਦਾ ਹੈ ਮੁਹੰਮਦ ਗੋਰੀ ਦਾ ਔਰ ਪ੍ਰਿਥਵੀ ਰਾਜ ਚੌਹਾਨ ਦਾ। ਦੋਨਾਂ ਦੀ ਜਿਹੜੀ ਲੜਾਈ ਹੋਈ ਬੇਟਾ 1191 ਦੇ ਵਿੱਚ ਤਰਾਇਨ ਦੇ ਵਿੱਚ ਮੁਹੰਮਦ ਗੋਰੀ ਨੇ ਹਮਲਾ ਕੀਤਾ ਪ੍ਰਿਥਵੀ ਰਾਜ ਚੌਹਾਨ ਦੇ ਉੱਪਰ ਔਰ ਮੁਹੰਮਦ ਗੋਰੀ ਨੂੰ ਬੇਟਾ ਹਾਰ ਦਾ ਮੂੰਹ ਦੇਖਣਾ ਪਿਆ ਔਰ ਮੁਹੰਮਦ ਗੋਰੀ ਨੂੰ ਕੈਦ ਕਰ ਲਿਆ ਗਿਆ। ਤੇ ਇਹ ਬਾਅਦ ਚ ਕਹਿਣ ਲੱਗੇ ਵੀ ਨਹੀਂ ਜੀ ਮੈਨੂੰ ਤੁਸੀਂ ਛੱਡ ਦਿਓ। ਤਾਂ ਆਪਾਂ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਅਸੀਂ ਭਾਰਤ ਵਾਸੀ ਬੇਟਾ ਸਾਡੇ ਦਿਲ ਦੇ ਅੰਦਰ ਜੋ ਮੁਆਫ ਕਰਨ ਦੀ ਪ੍ਰਵਿਰਤੀ ਜ਼ਿਆਦਾ ਹੁੰਦੀ ਹੈ। ਤਾਂ ਪ੍ਰਿਥਵੀ ਰਾਜ ਚੌਹਾਨ ਜੋ ਕਿ ਉਸ ਵਕਤ ਦਿੱਲੀ ਦੇ ਸ਼ਾਸਕ ਸਨ ਚੌਹਾਨ ਵੰਸ਼ ਤੋਂ, ਇਹਨਾਂ ਨੇ ਮੁਹੰਮਦ ਗੋਰੀ ਨੂੰ ਰਿਹਾ ਕਰ ਦਿੱਤਾ ਵੀ ਤੂੰ ਜਾ। ਲੇਕਿਨ ਹੋਇਆ ਕੀ ਬੇਟਾ ਪਿਆਰੇ ਵਿਦਿਆਰਥੀਓ, ਮੁਹੰਮਦ ਗੋਰੀ ਨੂੰ ਦੁਬਾਰਾ ਬੁਲਾਉਣ ਵਾਲਾ ਕਨੌਜ ਦਾ ਰਾਜਾ ਜੈਚੰਦ ਸੀ। ਜੈਚੰਦ ਪ੍ਰਿਥਵੀ ਰਾਜ ਚੌਹਾਨ ਦਾ ਦੁਸ਼ਮਣ ਸੀ ਤੇ ਮੁਹੰਮਦ ਗੋਰੀ ਵੀ ਜੋ ਹੈ ਪ੍ਰਿਥਵੀ ਰਾਜ ਚੌਹਾਨ ਤੋਂ ਹਾਰਨ ਕਰਕੇ ਉਹਨਾਂ ਦਾ ਦੁਸ਼ਮਣ ਹੋ ਗਿਆ। ਔਰ ਫਿਰ ਜੋ ਹੈ ਜੈਚੰਦ ਨੇ ਸੱਦਾ ਦਿੱਤਾ ਕਿ ਬਈ ਤੂੰ ਆ ਤੇ ਦੁਬਾਰਾ ਹਮਲਾ ਕਰ, ਮੈਂ ਤੇਰੇ ਨਾਲ ਹਾਂ। 1192 ਦੇ ਵਿੱਚ ਤਰਾਇਨ ਵਿਖੇ ਦੂਸਰੀ ਲੜਾਈ ਹੋਈ ਔਰ ਉਹਦੇ ਵਿੱਚ ਜੋ ਹੈ ਪ੍ਰਿਥਵੀ ਰਾਜ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਸ ਤੋਂ ਬਾਅਦ ਦੀ ਘਟਨਾ ਬੇਟਾ ਇੱਕ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਸਾਂਝੀ ਕਰਨ ਜਾ ਰਿਹਾ ਹਾਂ। ਤੁਸੀਂ ਸਾਰੇ ਬੱਚੇ ਬੇਟਾ ਧਿਆਨ ਨਾਲ ਸੁਣਨਾ। ਔਰ ਇਹਨੂੰ ਤੁਸੀਂ ਦੇਖਣਾ ਵੀ। ਚੰਦ ਬਰਦਾਈ ਪ੍ਰਿਥਵੀ ਰਾਜ ਚੌਹਾਨ ਦਾ ਕਵੀ, ਜਿਨ੍ਹਾਂ ਨੇ ਪ੍ਰਿਥਵੀ ਰਾਜ ਰਾਸੋ ਨਾਮ ਦੀ ਬੇਟਾ ਕਿਤਾਬ ਲਿਖੀ ਔਰ ਉਸ ਤੋਂ ਹੀ ਸਾਨੂੰ ਪ੍ਰਿਥਵੀ ਰਾਜ ਚੌਹਾਨ ਬਾਰੇ ਜਾਣਕਾਰੀ ਮਿਲਦੀ। नमस्कार दोस्तों, तो ये वीडियो आपने पूरा तो जरूर देखा होगा। तो बात करते हैं इसी के बारे में। पृथ्वीराज चौहान एक हिंदू राजा थे जिन्होंने 12वीं सदी में उत्तर भारत के दिल्ली और अजमेर साम्राज्य पर शासन किया था। पृथ्वीराज चौहान दिल्ली के सियासत पर राज करने वाले अंतिम स्वतंत्र हिंदू शासक थे। इस राजपूत राजा ने चौहान वंश में जन्म लिया था। पृथ्वीराज चौहान का जन्म 1149 में अजमेर में हुआ था। उनके पिता का नाम सोमेश्वर चौहान था। तो देखते हैं पृथ्वीराज चौहान का प्रारंभिक जीवन। पृथ्वीराज चौहान बचपन से ही बहुत बहादुर और युद्ध कला में निपुण थे। उन्होंने बचपन से ही शब्दवेदी बाण कला का अभ्यास किया था, जिसमें आवाज के आधार पर वो सटीक निशाना लगाते थे। 1119 में युद्ध में उनके पिता की मौत के बाद चौहान को उत्तराधिकारी घोषित किया गया। उन्होंने 2 राजधानियों दिल्ली और अजमेर पर शासन किया, जो कि उनके नानाजी अक्रपाल और तोमर वंश के अंगपाल तृतीय ने सौंपा थी। राजा होते हुए उन्होंने अपने साम्राज्य को विस्तारित करने के लिए कई अभियान चलाए और एक बहादुर योद्धा के रूप में वो मशहूर हो गए। संयोगिता अध्याय के कारण जयचंद और पृथ्वीराज के दोनों राज्यों के बीच में 1189 और 1190 में विश्व युद्ध हुआ, जिसमें दोनों सेनानियों का काफी नुकसान हुआ था। तो देखते हैं मोहम्मद गौरी का आक्रमण और पृथ्वीराज की उदारता।
पृथ्वीराज और जयद्रथ दोनों की इस लड़ाई का फायदा उठाते हुए एक अफगानी घुसपैठिया मोहम्मद गौरी ने भारत में प्रवेश कर लिया और पंजाब में सेना को पराजित कर दिया। मोहम्मद गौरी ने अब पृथ्वीराज के साम्राज्य तक अपने राज्य का विस्तार करने का निश्चय कर लिया। मोहम्मद गौरी ने पूर्व पंजाब के बठिंडा के किले की घेराबंदी कर ली, जो कि पृथ्वीराज का सीमांत प्रांत था। हिंदुओं ने हमेशा युद्ध के नियम के अनुसार सूर्योदय के बाद और सूर्यास्त से पहले दिन में लड़ाई लड़ने का पालन किया, लेकिन मुस्लिम शासकों ने सदैव रात को ही आक्रमण किया था, जब हिंदू राजा और सैनिक उनके सैनिकों के घाव के उपचार कर रहे होते हैं। मोहम्मद गौरी ने भी रात को अचानक। चलिए बेटा, आपको समझ आ गई होगी। बहुत बहुत बड़ा धन्यवाद, थैंक यू। फिर हाजिर होवांगे। वेलकम बेटा। ਇਹਦੇ ਵਿੱਚ ਬੇਟਾ ਤੁਸੀਂ ਜੋ ਸਾਰੇ ਆਪਣਾ ਨੋਟ ਕਰ ਲੈਣਾ ਕੰਮ ਕਾਪੀਜ਼ ਦੇ ਉੱਪਰ, ਤੇ ਨਵਾਂ ਜੋ ਹੈ ਲੈਸਨ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਅਸੀਂ ਜਲਦੀ ਹੀ ਹਾਜ਼ਰ ਹੋਵਾਂਗੇ। ਔਰ ਸਾਰੇ ਬੱਚਿਆਂ ਨੇ ਆਪ ਦਾ ਕੰਮ ਕਰਕੇ ਆਪਣੇ ਆਪਣੇ ਅਧਿਆਪਕ ਸਾਹਿਬਾਨ ਨੂੰ ਬੇਟਾ ਜ਼ਰੂਰ ਜੋ ਹੈ ਪੁੱਛਦਾ ਕਰ ਦੇਣਾ ਹੈ, ਔਰ ਬਿਲਕੁਲ ਮਨ ਲਗਾ ਕੇ ਪੜ੍ਹਨਾ ਹੈ ਬੇਟਾ ਸਾਰਿਆਂ ਨੇ, ਤਾਂ ਕਿ ਜੋ ਹੈ ਆਪਣਾ ਜੋ ਦੇਸ਼ ਹੈ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਸਕੇ। ਓਕੇ ਜੀ। ਪਿਆਰੇ ਬੱਚਿਓ, ਅੱਜ ਆਪਾਂ 7ਵੀਂ ਜਮਾਤ ਦੇ ਇਤਿਹਾਸ ਵਿਸ਼ੇ ਨਾਲ ਸੰਬੰਧਿਤ ਪਾਠ 11 ਨਵੇਂ ਰਾਜ ਅਤੇ ਰਾਜੇ ਦੇ ਬਾਰੇ ਗੱਲਬਾਤ ਕਰਾਂਗੇ। ਜਿਵੇਂ ਕਿ ਤੁਸੀਂ ਬੜੇ ਹੀ ਵਿਸਤਾਰ ਦੇ ਨਾਲ ਇਸ ਪਾਠ ਨੂੰ ਪਹਿਲਾਂ ਪੜ੍ਹ ਚੁੱਕੇ ਹੋ, ਅੱਜ ਆਪਾਂ ਇਸ ਪਾਠ ਦੇ ਵਿਚਲੇ ਕੁਝ ਬਹੁਤ ਹੀ ਜ਼ਰੂਰੀ ਤੱਥਾਂ ਦੇ ਬਾਰੇ ਗੱਲਬਾਤ ਕਰਾਂਗੇ। ਇਹਨਾਂ ਪਾਠਾਂ ਦੇ ਵਿੱਚ ਜੋ ਮਹੱਤਵਪੂਰਨ ਤੱਥ ਦਰਸਾਏ ਗਏ ਹਨ, ਉਹਨਾਂ ਨਾਲ ਸੰਬੰਧਿਤ ਤੁਹਾਡੇ ਤੋਂ ਪ੍ਰਸ਼ਨ ਪੁੱਛੇ ਜਾਣਗੇ ਅਤੇ ਤੁਸੀਂ ਉਹਨਾਂ ਦੇ ਉੱਤਰ ਬੁੱਝਣੇ ਹੋਣਗੇ। ਤੇ ਆਓ ਸ਼ੁਰੂ ਕਰਦੇ ਹਾਂ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ, ਗੁਰਜਰ ਪ੍ਰਤਿਹਾਰ ਸ਼ਾਸਕ ਡੈਸ਼ ਅਤੇ ਡੈਸ਼ ਦੇ ਹਿੱਸਿਆਂ ਵਿੱਚ ਰਾਜ ਕਰਦੇ ਸਨ। ਮਿਹਰ ਭੋਜ ਡੈਸ਼ ਵੰਸ਼ ਦਾ ਸ਼ਕਤੀਸ਼ਾਲੀ ਰਾਜਾ ਸੀ। ਪਾਲ ਵੰਸ਼ ਸ਼ਾਸਕਾਂ ਨੇ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਖੇਤਰ ਤੇ ਰਾਜ ਕੀਤਾ। ਇਸ ਪ੍ਰਸ਼ਨ ਦਾ ਉੱਤਰ ਤੁਸੀਂ ਠੀਕ ਜਾਂ ਗਲਤ ਦੇ ਵਿੱਚ ਦੇਣਾ ਹੈ। ਇੱਕ ਵਾਰ ਇਹਨਾਂ ਪ੍ਰਸ਼ਨਾਂ ਨੂੰ ਧਿਆਨ ਦੇ ਨਾਲ ਪੜ੍ਹੋ ਅਤੇ ਇਹਨਾਂ ਪ੍ਰਸ਼ਨਾਂ ਦੇ ਸੰਭਾਵੀ ਉੱਤਰ ਆਪਣੇ ਮਨ ਦੇ ਵਿੱਚ ਖੋਜੋ। ਆਓ ਇਹਨਾਂ ਪ੍ਰਸ਼ਨਾਂ ਦੇ ਉੱਤਰਾਂ ਦਾ ਮਿਲਾਨ ਤੁਹਾਡੇ ਵੱਲੋਂ ਸੋਚੇ ਉੱਤਰਾਂ ਦੇ ਨਾਲ ਕਰੀਏ। ਗੁਰਜਰ ਪ੍ਰਤਿਹਾਰ ਸ਼ਾਸਕ ਰਾਜਸਥਾਨ ਅਤੇ ਗੁਜਰਾਤ ਦੇ ਹਿੱਸਿਆਂ ਵਿੱਚ ਰਾਜ ਕਰਦੇ ਸਨ। ਜਿਵੇਂ ਕਿ ਆਪਾਂ ਪਾਠ ਦੇ ਵਿੱਚ ਪੜ੍ਹ ਚੁੱਕੇ ਹਾਂ, ਗੁਰਜਰ ਪ੍ਰਤਿਹਾਰ ਸ਼ਾਸਕ ਖਾਸ ਤੌਰ ਤੇ ਰਾਜਸਥਾਨ ਅਤੇ ਗੁਜਰਾਤ ਹਿੱਸਿਆਂ ਦੇ ਨਾਲ ਸੰਬੰਧਿਤ ਸਨ। ਮਿਹਰ ਭੋਜ ਗੁਰਜਰ ਪ੍ਰਤਿਹਾਰ ਵੰਸ਼ ਦਾ ਸ਼ਕਤੀਸ਼ਾਲੀ ਰਾਜਾ ਸੀ। ਪਾਲ ਵੰਸ਼ ਸ਼ਾਸਕਾਂ ਨੇ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਖੇਤਰ ਤੇ ਰਾਜ ਕੀਤਾ। ਇਸ ਦਾ ਉੱਤਰ ਠੀਕ ਹੈ। ਆਓ ਹੋਰ ਪ੍ਰਸ਼ਨਾਂ ਦੇ ਬਾਰੇ ਜਾਣਕਾਰੀ ਸਾਂਝੀ ਕਰੀਏ। ਪਾਲ ਵੰਸ਼ ਦੀ ਸਥਾਪਨਾ 750 ਈਸਵੀ ਵਿੱਚ ਕਿਸ ਨੇ ਕੀਤੀ? ਦੇਵਪਾਲ ਸ਼ਾਸਕ ਨੇ ਬੋਧ ਗਇਆ ਵਿਖੇ ਡੈਸ਼ ਮੰਦਰ ਬਣਾਇਆ।
ਡੈਸ਼ ਨੇ 742 ਈਸਵੀ ਵਿੱਚ ਵਰਤਮਾਨ ਮਹਾਰਾਸ਼ਟਰ ਵਿੱਚ ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕੀਤੀ। ਇੱਕ ਵਾਰ ਮੁੜ ਤੋਂ ਇਹਨਾਂ ਪ੍ਰਸ਼ਨਾਂ ਨੂੰ ਪੜ੍ਹੋ ਅਤੇ ਉੱਤਰ ਨੂੰ ਆਪਣੇ ਧਿਆਨ ਦੇ ਵਿੱਚ ਲਿਆਓ। ਆਓ ਇਸ ਦੇ ਸਹੀ ਉੱਤਰਾਂ ਦਾ ਮਿਲਾਨ ਕਰੀਏ। ਪਾਲ ਵੰਸ਼ ਦੀ ਸਥਾਪਨਾ 750 ਈਸਵੀ ਵਿੱਚ ਰਾਜਾ ਗੋਪਾਲ ਨੇ ਕੀਤੀ। ਦੇਵਪਾਲ ਸ਼ਾਸਕ ਨੇ ਬੋਧ ਗਇਆ ਵਿਖੇ ਮਹਾਬੋਧੀ ਮੰਦਰ ਬਣਾਇਆ। ਦੰਤੀ ਦੁਰਗ ਨੇ 742 ਈਸਵੀ ਵਿੱਚ ਵਰਤਮਾਨ ਮਹਾਰਾਸ਼ਟਰ ਵਿੱਚ ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕੀਤੀ। ਆਓ ਅਗਲੇ ਪ੍ਰਸ਼ਨਾਂ ਦੇ ਬਾਰੇ ਜਾਣਕਾਰੀ ਲਈਏ। ਮੱਧਕਾਲੀਨ ਯੁੱਗ ਦੌਰਾਨ ਲੋਕਾਂ ਦਾ ਮੁੱਖ ਕਿੱਤਾ ਕੀ ਸੀ? ਚੌਹਾਨ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ? ਪ੍ਰਿਥਵੀਰਾਜ ਚੌਹਾਨ ਨੇ ਡੈਸ਼ ਨੂੰ 1191 ਈਸਵੀ ਵਿੱਚ ਤਰਾਇਨ ਦੀ ਪਹਿਲੀ ਲੜਾਈ ਵਿੱਚ ਹਰਾਇਆ। ਧਿਆਨ ਦੇ ਨਾਲ ਇਹਨਾਂ ਪ੍ਰਸ਼ਨਾਂ ਨੂੰ ਪੜ੍ਹੋ ਅਤੇ ਇਹਨਾਂ ਦੇ ਉੱਤਰਾਂ ਨੂੰ ਆਪਣੇ ਧਿਆਨ ਦੇ ਵਿੱਚ ਲਿਆਓ। ਮੱਧਕਾਲੀਨ ਯੁੱਗ ਦੌਰਾਨ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਜਿਵੇਂ ਕਿ ਆਪਾਂ ਪਾਠ ਦੇ ਵਿੱਚ ਪੜ੍ਹ ਚੁੱਕੇ ਹਾਂ, ਖੇਤੀਬਾੜੀ ਇਸ ਯੁੱਗ ਦੇ ਦੌਰਾਨ ਲੋਕਾਂ ਦਾ ਵਿਸ਼ੇਸ਼ ਕਿੱਤਾ ਸੀ। ਚੌਹਾਨ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਪ੍ਰਿਥਵੀਰਾਜ ਚੌਹਾਨ ਸੀ। ਪ੍ਰਿਥਵੀਰਾਜ ਚੌਹਾਨ ਨੇ ਮੁਹੰਮਦ ਗੌਰੀ ਨੂੰ 1191 ਈਸਵੀ ਵਿੱਚ ਤਰਾਇਨ ਦੀ ਪਹਿਲੀ ਲੜਾਈ ਵਿੱਚ ਹਰਾਇਆ। ਆਓ ਅਗਲੇ 3 ਹੋਰ ਪ੍ਰਸ਼ਨਾਂ ਦੇ ਬਾਰੇ ਜਾਣਕਾਰੀ ਲਈਏ। ਭਾਰਤ ਵਿੱਚ 8ਵੀਂ ਸਦੀ ਅਤੇ 13ਵੀਂ ਸਦੀ ਦੇ ਵਿਚਕਾਰਲੇ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ। ਇਸ ਦਾ ਉੱਤਰ ਠੀਕ ਜਾਂ ਗਲਤ ਵਿੱਚ ਦੇਣਾ ਹੈ। ਭਾਰਤ ਉੱਪਰ ਕਿਹੜੇ ਸ਼ਾਸਕ ਨੇ ਧਨ ਇਕੱਠਾ ਕਰਨ ਲਈ 17 ਹਮਲੇ ਕੀਤੇ? ਮਹਿਮੂਦ ਗਜਨਵੀ ਨੇ ਸੋਮਨਾਥ ਦੇ ਮੰਦਰ ਉੱਤੇ ਹਮਲਾ ਕਦੋਂ ਕੀਤਾ? ਧਿਆਨ ਦੇ ਨਾਲ ਇਹਨਾਂ ਪ੍ਰਸ਼ਨਾਂ ਨੂੰ ਪੜ੍ਹੋ ਅਤੇ ਇਹਨਾਂ ਦੇ ਹੋਣ ਵਾਲੇ ਉੱਤਰਾਂ ਬਾਰੇ ਸੋਚੋ। ਆਓ ਹੁਣ ਇਹਨਾਂ ਦੇ ਉੱਤਰਾਂ ਦਾ ਮਿਲਾਨ ਤੁਹਾਡੇ ਵੱਲੋਂ ਸੋਚੇ ਉੱਤਰਾਂ ਦੇ ਨਾਲ ਕਰੀਏ। ਭਾਰਤ ਵਿੱਚ 8ਵੀਂ ਸਦੀ ਅਤੇ 13ਵੀਂ ਸਦੀ ਦੇ ਵਿਚਕਾਰਲੇ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ। ਇਸ ਦਾ ਉੱਤਰ ਠੀਕ ਹੈ। ਭਾਰਤ ਉੱਪਰ ਮਹਿਮੂਦ ਗਜਨਵੀ ਨੇ ਧਨ ਇਕੱਠਾ ਕਰਨ ਲਈ 17 ਵਾਰ ਹਮਲਾ ਕੀਤਾ। ਮਹਿਮੂਦ ਗਜਨਵੀ ਨੇ ਸੋਮਨਾਥ ਦੇ ਮੰਦਰ ਉੱਤੇ ਹਮਲਾ ਕਦੋਂ ਕੀਤਾ? ਇਸ ਦਾ ਜਵਾਬ 1025 ਈਸਵੀ ਹੈ। 1025 ਈਸਵੀ ਵਿੱਚ ਮਹਿਮੂਦ ਗਜਨਵੀ ਨੇ ਸੋਮਨਾਥ ਦੇ ਮੰਦਰ ਉੱਤੇ ਹਮਲਾ ਕੀਤਾ ਸੀ। 1194 ਈਸਵੀ ਵਿੱਚ ਮੁਹੰਮਦ ਗੌਰੀ ਨੇ ਕਨੌਜ ਦੇ ਰਾਜਾ ਡੈਸ਼ ਨੂੰ
ਚੰਦਵਾੜਾ ਦੀ ਲੜਾਈ ਵਿੱਚ ਹਰਾਇਆ। ਡੈਸ਼ ਨੂੰ ਜਿੱਤਣ ਲਈ ਤਿੰਨ ਸ਼ਕਤੀਆਂ ਪਾਲ, ਗੁਰਜਰ ਪ੍ਰਤਿਹਾਰ ਅਤੇ ਰਾਸ਼ਟਰਕੂਟ ਸ਼ਾਸਕਾਂ ਵਿਚਕਾਰ ਸੰਘਰਸ਼ ਸ਼ੁਰੂ ਹੋ ਗਿਆ, ਜਿਹੜਾ ਕਿ 200 ਸਾਲਾਂ ਤੱਕ ਹੁੰਦਾ ਰਿਹਾ। ਇਸ ਨੂੰ ਤ੍ਰੈਪੱਖੀ ਸੰਘਰਸ਼ ਕਿਹਾ ਜਾਂਦਾ ਹੈ। ਆਖਰੀ ਪ੍ਰਸ਼ਨ, ਰਾਸ਼ਟਰਕੂਟ ਸ਼ਾਸਕ ਡੈਸ਼ ਅਤੇ ਡੈਸ਼ ਨੇ ਸਰਪ੍ਰਸਤ ਸਨ। ਇਹਨਾਂ ਪ੍ਰਸ਼ਨਾਂ ਨੂੰ ਧਿਆਨ ਦੇ ਨਾਲ ਪੜ੍ਹੋ ਅਤੇ ਸੰਭਾਵੀ ਉੱਤਰਾਂ ਨੂੰ ਆਪਣੇ ਮਨ ਦੇ ਵਿੱਚ ਲਿਆਓ। ਆਓ ਤੁਹਾਡੇ ਮਨ ਦੇ ਉੱਤਰਾਂ ਦਾ ਮਿਲਾਨ ਸਹੀ ਉੱਤਰਾਂ ਦੇ ਨਾਲ ਕਰੀਏ। 1394 ਈਸਵੀ ਵਿੱਚ ਮੁਹੰਮਦ ਗੌਰੀ ਨੇ ਕਨੌਜ ਦੇ ਰਾਜਾ ਜੈਚੰਦ ਨੂੰ ਚੰਦਵਾੜਾ ਦੀ ਲੜਾਈ ਵਿੱਚ ਹਰਾਇਆ ਸੀ। ਕਨੌਜ ਨੂੰ ਜਿੱਤਣ ਲਈ ਤਿੰਨ ਸ਼ਕਤੀਆਂ ਪਾਲ, ਗੁਰਜਰ ਪ੍ਰਤਿਹਾਰ ਅਤੇ ਰਾਸ਼ਟਰਕੂਟ ਸ਼ਾਸਕਾਂ ਵਿਚਕਾਰ ਸੰਘਰਸ਼ ਸ਼ੁਰੂ ਹੋ ਗਿਆ, ਜਿਹੜਾ ਸੰਘਰਸ਼ 200 ਸਾਲਾਂ ਤੱਕ ਹੁੰਦਾ ਰਿਹਾ। ਇਸ ਨੂੰ ਤ੍ਰੈਪੱਖੀ ਸੰਘਰਸ਼ ਕਿਹਾ ਜਾਂਦਾ ਹੈ। ਰਾਸ਼ਟਰਕੂਟ ਸ਼ਾਸਕ ਡੈਸ਼ ਅਤੇ ਡੈਸ਼ ਦੇ ਸਰਪ੍ਰਸਤ ਸਨ। ਰਾਸ਼ਟਰਕੂਟ ਸ਼ਾਸਕ ਕਲਾ ਅਤੇ ਸਿੱਖਿਆ ਦੇ ਸਰਪ੍ਰਸਤ ਸਨ। ਆਓ ਆਪਣੇ ਇਹਨਾਂ 15 ਪ੍ਰਸ਼ਨਾਂ ਨੂੰ ਪੱਕੇ ਤੌਰ ਤੇ ਆਪਣੇ ਮਨ ਦੇ ਵਿੱਚ ਰੱਖੀਏ। ਇਹ ਸਾਰੇ ਪ੍ਰਸ਼ਨ ਇਸ ਪਾਠ ਦੇ ਵਿਸ਼ੇਸ਼ ਤੱਥਾਂ ਦੇ ਆਧਾਰਿਤ ਹਨ। ਹੁਣ ਇਹਨਾਂ ਪ੍ਰਸ਼ਨਾਂ ਦੀ ਇੱਕ ਵਾਰ ਦੁਹਰਾਈ ਕਰੀਏ। ਗੁਰਜਰ ਪ੍ਰਤਿਹਾਰ ਸ਼ਾਸਕ ਡੈਸ਼ ਅਤੇ ਡੈਸ਼ ਦੇ ਹਿੱਸਿਆਂ ਵਿੱਚ ਰਾਜ ਕਰਦੇ ਸਨ, ਰਾਜਸਥਾਨ ਅਤੇ ਗੁਜਰਾਤ ਦੇ ਹਿੱਸਿਆਂ ਵਿੱਚ। ਮਿਹਰ ਭੋਜ ਡੈਸ਼ ਵੰਸ਼ ਦਾ ਸ਼ਕਤੀਸ਼ਾਲੀ ਰਾਜਾ ਸੀ। ਗੁਰਜਰ ਪ੍ਰਤਿਹਾਰ ਵੰਸ਼। ਪਾਲ ਵੰਸ਼ ਸ਼ਾਸਕਾਂ ਨੇ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਖੇਤਰ ਤੇ ਰਾਜ ਕੀਤਾ। ਠੀਕ। ਪਾਲ ਵੰਸ਼ ਦੀ ਸਥਾਪਨਾ 750 ਈਸਵੀ ਵਿੱਚ ਕਿਸ ਨੇ ਕੀਤੀ? ਰਾਜਾ ਗੋਪਾਲ ਨੇ। ਦੇਵਪਾਲ ਸ਼ਾਸਕ ਨੇ ਬੋਧ ਗਇਆ ਵਿਖੇ ਕਿਹੜਾ ਮੰਦਰ ਬਣਵਾਇਆ? ਮਹਾਬੋਧੀ ਮੰਦਰ। ਡੈਸ਼ ਨੇ 742 ਈਸਵੀ ਵਿੱਚ ਵਰਤਮਾਨ ਮਹਾਰਾਸ਼ਟਰ ਵਿੱਚ ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕੀਤੀ। ਦੰਤੀ ਦੁਰਗ ਨੇ। ਮੱਧਕਾਲੀਨ ਯੁੱਗ ਦੌਰਾਨ ਲੋਕਾਂ ਦਾ ਮੁੱਖ ਕਿੱਤਾ ਕੀ ਸੀ? ਖੇਤੀਬਾੜੀ। ਚੌਹਾਨ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ? ਪ੍ਰਿਥਵੀਰਾਜ ਚੌਹਾਨ। ਪ੍ਰਿਥਵੀਰਾਜ ਚੌਹਾਨ ਨੇ ਡੈਸ਼ ਨੂੰ 1191 ਈਸਵੀ ਵਿੱਚ ਤਰਾਇਨ ਦੀ ਪਹਿਲੀ ਲੜਾਈ ਵਿੱਚ ਹਰਾਇਆ। ਮੁਹੰਮਦ ਗੌਰੀ। ਭਾਰਤ ਵਿੱਚ 8ਵੀਂ ਸਦੀ ਅਤੇ 13ਵੀਂ ਸਦੀ ਦੇ ਵਿਚਕਾਰਲੇ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ। ਇਸ ਦਾ ਉੱਤਰ ਠੀਕ ਹੈ। ਭਾਰਤ ਉੱਪਰ ਕਿਹੜੇ ਸ਼ਾਸਕ ਨੇ ਧਨ ਇਕੱਠਾ ਕਰਨ ਲਈ 17 ਹਮਲੇ ਕੀਤੇ? ਮਹਿਮੂਦ ਗਜਨਵੀ। ਮਹਿਮੂਦ ਗਜਨਵੀ ਨੇ ਸੋਮਨਾਥ ਦੇ ਮੰਦਰ ਉੱਤੇ ਹਮਲਾ ਕਦੋਂ ਕੀਤਾ? 1025 ਈਸਵੀ ਵਿੱਚ। 1194 ਈਸਵੀ ਵਿੱਚ ਮੁਹੰਮਦ ਗੌਰੀ ਨੇ ਕਨੌਜ ਦੇ ਰਾਜਾ ਡੈਸ਼ ਨੂੰ ਚੰਦਵਾੜਾ ਦੀ ਲੜਾਈ ਵਿੱਚ ਹਰਾਇਆ। ਰਾਜਾ ਜੈਚੰਦ। ਡੈਸ਼ ਨੂੰ ਜਿੱਤਣ ਲਈ ਤਿੰਨ ਸ਼ਕਤੀਆਂ ਪਾਲ,
ਗੁਰਜਰ ਪ੍ਰਤਿਹਾਰ ਅਤੇ ਰਾਸ਼ਟਰਕੂਟ ਸ਼ਾਸਕਾਂ ਵਿਚਕਾਰ ਸੰਘਰਸ਼ ਸ਼ੁਰੂ ਹੋ ਗਿਆ, ਜਿਹੜਾ ਕਿ 200 ਸਾਲਾਂ ਤੱਕ ਹੁੰਦਾ ਰਿਹਾ। ਇਸ ਨੂੰ ਤ੍ਰੈਪੱਖੀ ਸੰਘਰਸ਼ ਕਿਹਾ ਜਾਂਦਾ ਹੈ। ਕਨੌਜ ਨੂੰ ਜਿੱਤਣ ਦੇ ਲਈ। ਆਖਰੀ ਪ੍ਰਸ਼ਨ, ਰਾਸ਼ਟਰਕੂਟ ਸ਼ਾਸਕ ਡੈਸ਼ ਅਤੇ ਡੈਸ਼ ਦੇ ਸਰਪ੍ਰਸਤ ਸਨ। ਕਲਾ ਅਤੇ ਸਿੱਖਿਆ ਦੇ। ਰਾਸ਼ਟਰਕੂਟ ਸ਼ਾਸਕ ਕਲਾ ਅਤੇ ਸਿੱਖਿਆ ਦੇ ਸਰਪ੍ਰਸਤ ਸਨ। ਤਾਂ ਪਿਆਰੇ ਬੱਚਿਓ, ਅੱਜ ਆਪਾਂ ਇਸ ਪਾਠ ਦੇ ਵਿਚਲੇ 15 ਪ੍ਰਸ਼ਨਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਹਨਾਂ ਪ੍ਰਸ਼ਨਾਂ ਦੀ ਦੁਹਰਾਈ ਕੀਤੀ। ਅਲਵਿਦਾ। ਅਗਲੇ ਲੈਕਚਰ ਦੇ ਵਿੱਚ ਫਿਰ ਮਿਲਾਂਗੇ। ਧੰਨਵਾਦ।